ਇਹ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਆ, ਆਪਾਂ ਹੁਣੇ ਜ਼ਿਕਰ ਕਰਕੇ ਹਟੇ ਆ, ਇਹ ਖੁਲਾਸਿਆਂ ਨੂੰ ਕਿਵੇਂ ਦੇਖਦੇ ਹੋ? ਹੁਣ ਬੱਚੇ ਆਪਣੀ ਪਸੰਦ ਆਪ ਕਰਨਾ ਚਾਹੁੰਦੇ ਨੇ, ਪਰ ਪੇਰੈਂਟਸ ਬੜੀ ਵਾਰ ਉਹਨਾਂ ਨੂੰ ਨਹੀਂ ਕਰਨ ਦਿੰਦੇ। ਇੱਕ ਵਜ੍ਹਾ। ਦੂਜੀ ਵਜ੍ਹਾ ਹੈਗੀ ਹਿਊਮਨ ਟ੍ਰੈਫਿਕਿੰਗ। ਜਿਹੜੀਆਂ ਕੁੜੀਆਂ ਨੂੰ ਇੱਕ ਵਾਰੀ ਤੁਸੀਂ ਡਰੱਗਸ ਯੂਜ਼ ਕਰਨ 'ਤੇ ਲਾ ਲਿਆ, ਉਹਦੇ ਲਈ ਉਹਨਾਂ ਨੂੰ ਬਹੁਤ ਵੱਡੇ ਪੈਸੇ ਦੀ ਲੋੜ ਹੁੰਦੀ ਹੈ, ਜਿਹੜੀ ਕਿ ਉਹਨਾਂ ਦੇ ਕੋਲ ਕੋਈ ਸੋਰਸ ਨਹੀਂ ਹੈ। ਉਸ ਤੋਂ ਬਾਅਦ ਫਿਰ ਤੁਸੀਂ ਉਹਨਾਂ ਨੂੰ ਜੋ ਮਰਜ਼ੀ ਕਹਿ ਕੇ ਜੋ ਮਰਜ਼ੀ ਕਰਾ ਲਓ, ਉਹਨਾਂ ਨੂੰ ਬਲੈਕਮੇਲ ਕਰ ਲਓ, ਉਹਨਾਂ ਨੂੰ ਅਗਵਾ ਕਰ ਲਓ। ਉਹ ਇੱਕ ਦੂਸਰਾ ਤਰੀਕਾ ਹੈ ਕਿ ਜਿੱਥੇ ਸਾਡੀ ਸੰਸਦ ਦੇ ਵਿੱਚ, ਸਾਡੀਆਂ ਲੋਕ ਸਭਾਵਾਂ ਦੇ ਵਿੱਚ ਅੱਧੇ ਕ੍ਰਿਮੀਨਲ ਬੈਠੇ ਨੇ, ਜਿਹੜੇ ਕਿ ਇਸ ਤਰ੍ਹਾਂ ਦੇ ਰੈਕੇਟਸ ਤੋਂ ਪੈਸਾ ਬਣਾਉਂਦੇ ਨੇ ਅਤੇ ਉਹਨਾਂ ਨੂੰ ਆਪਣੀ ਪ੍ਰੋਟੈਕਸ਼ਨ ਦਿੰਦੇ ਨੇ, ਉਹ ਕੀ ਇਹਨਾਂ ਨੂੰ ਖਤਮ ਕਰਨ ਦੇਣਗੇ? ਆਪਾਂ ਚੰਡੀਗੜ੍ਹ 'ਤੇ ਫੋਕਸ ਕਰੀਏ। ਚੰਡੀਗੜ੍ਹ ਇੱਕ ਅਜਿਹੀ ਸਿਟੀ ਹੈ, ਪੌਸ਼ ਏਰੀਆ ਹੈਗਾ, ਤਾਂ ਇੱਥੇ ਦੇ ਅੰਕੜੇ ਜਿਹੜੇ ਨੇ ਉਹ ਵੀ ਹੈਰਾਨੀਜਨਕ। ਸ਼ਾਇਦ ਉਹ ਕਦੇ ਇਹ ਨਹੀਂ ਸੋਚਦੀਆਂ ਬਈ ਸਾਨੂੰ ਲਾਪਤਾ ਕਰ ਲਿਆ ਜਾਊਗਾ ਜਾਂ ਸਾਨੂੰ ਬਲੈਕਮੇਲ ਕੀਤਾ ਜਾਊਗਾ, ਪਰ ਉਹ ਇੰਨਾ ਜ਼ਿਆਦਾ ਉਹਦੇ ਵਿੱਚ ਇਨਵੋਲਵ ਹੋ ਜਾਂਦੀਆਂ ਕਿ ਫਿਰ ਉਹਨਾਂ ਨੂੰ ਨਿਕਲਣ ਦੇ ਲਈ ਕੋਈ ਰਸਤਾ ਨਹੀਂ ਮਿਲਦਾ। ਇਹਦੇ ਪਿੱਛੇ ਕੋਈ ਜਿਵੇਂ ਸਰਕਾਰਾਂ ਜਾਂ ਹੋਰ ਉਹ ਵੀ ਕਿਸੇ ਤਰੀਕੇ ਕੰਮ ਕਰ ਰਹੇ, ਟੇਢੇ ਤਰੀਕੇ ਨਾਲ, ਵੀ ਮਾਹੌਲ ਜਿਹੜਾ ਇਸ ਤਰੀਕੇ ਦਾ ਬਣਾਇਆ ਜਾਵੇ? ਜੇ ਸਾਡੇ ਯੂਥ ਨੂੰ ਦਿਖੇ ਅੱਗੇ ਕਿ ਮੇਰੇ ਲਈ ਇੱਕ ਰੋਸ਼ਨ ਫਿਊਚਰ ਹੈ, ਜੇ ਮੈਂ ਮਿਹਨਤ ਕਰੂੰਗੀ ਤਾਂ ਮੈਂ ਆਪਣੇ ਲਈ ਪੈਸਾ ਕਮਾ ਸਕਦੀ ਹਾਂ, ਮੈਂ ਆਪਣੇ ਪੈਰਾਂ 'ਤੇ ਖੜੀ ਹੋ ਸਕਦੀ ਹਾਂ, ਤਾਂ ਸ਼ਾਇਦ ਉਹ ਇਸ ਤਰ੍ਹਾਂ ਦੇ ਰਸਤੇ ਨਾ ਅਪਣਾਉਣ। ਉਹ ਲੜਕੀਆਂ ਫਿਰ ਗਾਇਬ ਹੁੰਦੀਆਂ, ਉਹ ਜਾਂਦੀਆਂ ਕਿੱਥੇ ਆ? ਉਹਦੇ ਜ਼ਿੰਮੇਵਾਰ ਕੌਣ ਹੈ? ਪਹਿਲਾਂ ਵੀ ਕੁੜੀਆਂ ਮਾਰਦੇ ਸੀਗੇ ਅਤੇ ਉਦੋਂ ਵੀ ਖਰੀਦ ਕੇ ਲਿਆਉਂਦੇ ਸੀ, ਅਤੇ ਹੁਣ ਵੀ ਉਹੀ ਹਾਲ ਹੋ ਰਿਹਾ ਕਿ ਇਹਨਾਂ ਦੀ ਜ਼ਬਰਦਸਤੀ ਵਿਆਹ ਵੀ ਕੀਤਾ ਜਾਂਦਾ ਕੁੜੀਆਂ ਦਾ। ਤਾਂ ਖੁੱਲ੍ਹੇਆਮ ਸ਼ਰੇਆਮ ਸਰਕਾਰਾਂ ਇਹ ਦਾਅਵੇ ਕਰਦੀਆਂ ਔਰਤਾਂ ਦੀ ਰੱਖਿਆ ਨੂੰ ਲੈ ਕੇ, ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਉਹ ਕਰਦੇ ਨੇ। ਦੂਜੇ ਪਾਸੇ ਮਣੀਪੁਰ ਵਰਗੀਆਂ ਘਟਨਾਵਾਂ ਇਹੀ ਸਮਾਜ ਦੇ ਵਿੱਚ ਹੋ ਰਹੀਆਂ ਨੇ। ਬਿਲਕਿਸ ਬਾਨੋ ਵਾਲਾ ਤੁਸੀਂ ਜ਼ਿਕਰ ਕਰਕੇ ਹਟੇ। ਇਕੱਲੀਆਂ ਇਹੀ ਨਹੀਂ ਜੀ, ਹੁਣੇ ਹੀ ਆਪਣੇ ਦੇਖੋ ਜਿਹੜੀਆਂ ਦੇਸ਼ ਦੇ ਲਈ ਤਗਮੇ ਜਿੱਤ ਕੇ ਆਈਆਂ ਨੇ ਸਾਡੀਆਂ ਵਿਮਨ ਰੈਸਲਰਸ, ਦਿੱਲੀ ਵਿੱਚ ਕਿੰਨਾ ਲੰਬਾ ਧਰਨਾ ਉਹਨਾਂ ਨੂੰ ਲਾਉਣਾ ਪਿਆ। ਜੇ ਅਸੀਂ ਰੇਪਿਸਟਸ ਨੂੰ ਬਚਾਉਂਦੇ ਹਾਂ ਅਤੇ ਕੁੜੀਆਂ ਨੂੰ ਅਸੀਂ ਦਰਕਿਨਾਰ ਕਰਦੇ ਹਾਂ, ਤਾਂ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ? ਮੇਰੇ ਕੋਲ 10-10, 11-11 ਸਾਲ ਦੀਆਂ ਬੱਚੀਆਂ ਦੇ ਕੇਸ ਆਏ ਨੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਰੇਪ ਕੀਤੇ ਨੇ। ਸਾਡੀ ਬਿਲਕੀਸ ਬਾਨੋਜ਼ ਨੂੰ, ਸਾਡੇ ਰੈਸਲਰਸ ਨੂੰ, ਮਣੀਪੁਰ ਵਾਲੀਆਂ ਔਰਤਾਂ ਨਾਲ ਜੋ ਹੋਇਆ, ਉਹ ਜਦ ਤੱਕ ਇਹਨਾਂ ਨੂੰ ਐਸੇ ਹਾਦਸਿਆਂ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਸਾਡੀਆਂ ਔਰਤਾਂ ਤਾਂ ਰੁਲਣੀਆਂ ਹੀ ਹੈ। ਅਸੀਂ ਆਪ ਰੋਲ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਮੈਂ ਜਗਜੀਤ ਸਿੰਘ ਪੰਜੋਲੀ। ਬੀਤੇ ਦਿਨੀ ਕੇਂਦਰੀ ਗ੍ਰਹਿ ਰਾਜ ਮੰਤਰੀ ਜਿਹੜੇ ਮਿਸ਼ਰਾ ਹੋਰੀ ਹੈਗੇ ਨੇ, ਉਹਨਾਂ ਨੇ ਇੱਕ ਰਿਪੋਰਟ ਜਿਹੜੀ ਹੈ ਉਹ ਰਾਜ ਸਭਾ ਦੇ ਵਿੱਚ ਦਰਜ ਕੀਤੀ ਹੈ, ਰਾਜ ਸਭਾ ਦੇ ਵਿੱਚ ਪੇਸ਼ ਕੀਤੀ ਹੈ, ਜਿਹਨੇ ਬੜੇ ਹੈਰਾਨੀਜਨਕ ਖੁਲਾਸੇ ਕੀਤੇ ਹੈ, ਚਿੰਤਾਜਨਕ ਖੁਲਾਸੇ ਨੇ। ਖੁਲਾਸੇ ਇਹ ਹੈਗੇ ਹੈ, ਤੁਹਾਨੂੰ ਦੱਸ ਦਈਏ ਕਿ ਕਿਹੜੇ ਖੁਲਾਸੇ ਕੀਤੇ ਆ ਔਰਤਾਂ ਬਾਰੇ। ਜਿੱਥੇ ਸਰਕਾਰਾਂ, ਸਾਡਾ ਸਮਾਜ ਔਰਤਾਂ ਦੀ ਬਰਾਬਰੀ ਦੀ ਗੱਲ ਕਰਦਾ ਹੈ, ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਔਰਤਾਂ ਸੁਰੱਖਿਅਤ ਨੇ, ਔਰਤਾਂ ਲਈ ਅਸੀਂ ਐਵੇਂ ਕਰ ਰਹੇ ਹਾਂ, ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣ ਦੇ ਲਈ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਨੇ ਸਾਡੇ ਸਮਾਜ ਦੇ ਵਿੱਚ ਅਕਸਰ ਹੀ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ। ਪਰ ਹੈਰਾਨੀਜਨਕ ਖੁਲਾਸੇ ਇਹ ਹੈਗੇ ਨੇ ਕਿ ਇੱਕ ਰਿਪੋਰਟ ਜਿਹੜੀ ਦਰਜ ਕੀਤੀ ਗਈ ਹੈ, ਉਹਦੇ ਵਿੱਚ ਇਹ ਹੈਗਾ ਕਿ 2019 ਤੋਂ 21 ਤੱਕ 3 ਸਾਲ ਜਿਹੜੇ ਯੂਟੀ ਕੇਂਦਰੀ ਸ਼ਾਸਕ ਪ੍ਰਦੇਸ਼ ਹੈਗੇ ਨੇ, ਜਿਨ੍ਹਾਂ ਦੇ ਵਿੱਚ ਜੰਮੂ ਕਸ਼ਮੀਰ ਹੈ, ਦਿੱਲੀ ਹੈ, ਚੰਡੀਗੜ੍ਹ ਹੈ, ਇਹਨਾਂ ਦੇ ਅੰਕੜੇ ਜਿਹੜੇ ਆਏ ਨੇ ਉਹਦੇ ਵਿੱਚ ਬੜੇ ਹੀ ਖਤਰਨਾਕ ਕਹਿ ਲਈਏ ਕਿ ਰੁਝਾਨ ਜਿਹੜੇ ਆਏ ਆ, ਉਹਦੇ ਵਿੱਚ ਇਹ ਆਇਆ ਕਿ
ਜਿਹੜੀਆਂ 18 ਸਾਲ ਤੋਂ ਘੱਟ ਦੀਆਂ ਲੜਕੀਆਂ ਨੇ, ਜੇ ਗੱਲ ਕਰੀਏ ਦਿੱਲੀ ਦੀ ਤਾਂ ਉਹਦੇ ਵਿੱਚ 22,919 ਲੜਕੀਆਂ, ਤੇ ਜੇ ਗੱਲ ਕਰੀਏ 18 ਸਾਲ ਤੋਂ ਉੱਪਰ ਦੀਆਂ ਲੜਕੀਆਂ ਉਹ 61,050 ਲੜਕੀਆਂ ਜਿਹੜੀਆਂ ਨੇ ਗਾਇਬ ਹੋਈਆਂ ਨੇ। ਤੇ ਜੇ ਗੱਲ ਕਰੀਏ ਜੰਮੂ ਕਸ਼ਮੀਰ ਦੀ, ਜੰਮੂ ਕਸ਼ਮੀਰ ਦੂਜੇ ਨੰਬਰ ਤੇ ਹੈ, ਉਹਦੇ 'ਚ 1148 ਜਿਹੜੀਆਂ ਲੜਕੀਆਂ 18 ਸਾਲ ਤੋਂ ਘੱਟ ਉਮਰ ਦੀਆਂ ਤੇ 8617 ਲੜਕੀਆਂ 18 ਸਾਲ ਤੋਂ ਉੱਪਰ ਉਮਰ ਦੀਆਂ ਗਾਇਬ ਹੋਈਆਂ ਨੇ ਉਸ ਪ੍ਰਦੇਸ਼ ਦੇ ਵਿੱਚੋਂ। ਤੇ ਜੇ ਗੱਲ ਕਰੀਏ ਚੰਡੀਗੜ੍ਹ, ਚੰਡੀਗੜ੍ਹ ਇੱਕ ਖੂਬਸੂਰਤ ਸ਼ਹਿਰ ਹੈ ਆਪਣੇ ਆਪ ਦੇ ਵਿੱਚ, ਬਹੁਤ ਪ੍ਰਾਪਤੀਆਂ ਚੰਡੀਗੜ੍ਹ ਦੀਆਂ ਹੈਗੀਆਂ ਨੇ, ਤੇ ਉਹਦੇ ਵਿੱਚ ਵੀ ਤੀਜੇ ਨੰਬਰ ਤੇ ਚੰਡੀਗੜ੍ਹ ਆਇਆ। ਉਹਦੇ ਵਿੱਚ 921 ਲੜਕੀਆਂ 3 ਸਾਲ ਦੇ ਵਿੱਚ ਜਿਹੜੀਆਂ 18 ਸਾਲ ਤੋਂ ਘੱਟ ਨੇ ਉਹ ਲੜਕੀਆਂ ਗਾਇਬ ਹੋਈਆਂ ਨੇ। ਤੇ ਜੇ ਗੱਲ ਕਰੀਏ 18 ਸਾਲ ਤੋਂ ਉੱਪਰ 3669, ਤੇ ਜੇ ਕੁੱਲ ਮਿਲਾ ਕੇ ਦੇਖੀਏ ਤਾਂ 4590 ਲੜਕੀਆਂ ਕੇਵਲ ਚੰਡੀਗੜ੍ਹ ਦੇ ਵਿੱਚੋਂ ਜਿਹੜੀਆਂ ਨੇ ਉਹ ਗਾਇਬ ਹੋਈਆਂ ਨੇ। ਸੋ ਔਰਤਾਂ ਦੀ ਸਥਿਤੀ ਅਜਿਹੀ ਕਿਉਂ ਬਣਦੀ ਜਾ ਰਹੀ ਹੈ, ਔਰਤਾਂ ਨਾਲ ਅਜਿਹਾ ਕਿਉਂ ਵਾਪਰ ਰਿਹਾ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਸੋ ਇਸ ਤਮਾਮ ਮਸਲੇ ਤੇ ਉਸ ਰਿਪੋਰਟ ਨੂੰ ਆਧਾਰ ਬਣਾ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਰਣਜੀਤ ਪਵਾਰ ਨੇ। ਰਣਜੀਤ ਪਵਾਰ ਹੋਰੀ ਜਿਹੜੇ ਨੇ ਉਹ ਵੱਡੇ ਪੱਧਰ ਤੇ ਸਮਾਜ ਸੁਧਾਰਕ ਕੰਮਾਂ ਦੇ ਵਿੱਚ ਵੀ ਯੋਗਦਾਨ ਪਾਉਂਦੇ ਹੈ, ਤੇ ਨਾਲ ਲੇਖਕ ਵੀ ਹੈਗੇ ਆ, ਤੇ ਮਨੋਵਿਗਿਆਨੀ ਵੀ ਨੇ, ਤੇ ਨਾਲ ਹੀ ਉਹ PCS ਅਫਸਰ ਜਿਹੜੇ ਰਿਟਾਇਰ ਹੋਏ ਆ। ਸੋ ਗੱਲਬਾਤ ਕਰਦੇ ਹਾਂ, ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮੈਡਮ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਜੀ, ਮੈਨੂੰ ਬੁਲਾਉਣ ਦੇ ਲਈ ਇੱਥੇ ਧੰਨਵਾਦ। ਜੀ ਮੈਡਮ, ਜਿਹੜੇ ਇਹ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਆ, ਆਪਾਂ ਹੁਣੇ ਜ਼ਿਕਰ ਕਰਕੇ ਹਟੇ ਆ, ਇਹ ਖੁਲਾਸਿਆਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਉਹ ਸ਼ਹਿਰ ਨੇ, ਉਹ ਸਾਡੇ ਸਮਾਜ ਦਾ ਅੰਗ ਹੈ ਜਿੱਥੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ। ਦੂਜੇ ਪਾਸੇ ਸਾਡੀਆਂ ਸਰਕਾਰਾਂ, ਸਾਡਾ ਪ੍ਰਸ਼ਾਸਨ ਇਹ ਦਾਅਵੇ ਕਰਦਾ ਹੈ ਕਾਰਾਂ ਬੱਸਾਂ ਤੇ ਵੱਡੇ ਵੱਡੇ ਸਰਕਾਰੀ ਜਿਹੜੇ ਅਦਾਰੇ ਹੈਗੇ ਆ ਕਿ ਔਰਤਾਂ ਸੁਰੱਖਿਅਤ ਨੇ, ਔਰਤਾਂ ਲਈ ਅਸੀਂ ਐਵੇਂ ਕਰ ਰਹੇ ਹਾਂ, ਔਰਤਾਂ ਨੂੰ ਅਸੀਂ ਹੋਰ ਪ੍ਰਮੋਟ ਕਰਨ ਦੇ ਲਈ, ਔਰਤਾਂ ਦੀ ਸੁਰੱਖਿਆ ਦੇ ਲਈ ਵੱਡੇ ਵੱਡੇ ਦਾਅਵੇ ਹੁੰਦੇ ਆ। ਕਿਵੇਂ ਦੇਖਦੇ? ਇਹਦੇ ਪਿੱਛੇ ਬਹੁਤ ਜ਼ਿਆਦਾ ਡੂੰਘੀਆਂ ਜੜ੍ਹਾਂ ਨੇ, ਜਿਹਦੇ ਕਰਕੇ ਇੱਕ ਇਸ ਤਰ੍ਹਾਂ ਦਾ ਅਸੀਂ ਅੱਜ ਸਮਾਂ ਦੇਖ ਰਹੇ ਹਾਂ ਕਿ ਸਾਡੀਆਂ ਕੁੜੀਆਂ ਤੇ ਔਰਤਾਂ ਹਵਾ ਵਿੱਚ ਹੀ ਜਿਵੇਂ ਗੁੰਮ ਹੋ ਜਾਂਦੀਆਂ ਨੇ। ਔਰ ਇਹ ਕਾਰਨ ਸਮਾਜਿਕ ਵੀ ਨੇ, ਲਾਅ ਐਂਡ ਆਰਡਰ ਦੇ ਤਾਂ ਹੈ ਹੀ ਹੈ। ਬਹੁਤ ਇਹਨਾਂ ਦਾ ਇੱਕ ਵਿਸਤ੍ਰਿਤ ਵਜ੍ਹਾ ਹੈਗੀ ਹੈ। ਜਿਵੇਂ ਹੁਣ ਆਪਾਂ ਜੇ ਪਿੰਡਾਂ ਦੀ ਜਾਂ ਛੋਟੇ ਸ਼ਹਿਰਾਂ ਵੱਲ ਅਸੀਂ ਦੇਖਦੇ ਹਾਂ, ਉੱਥੇ ਹਲੇ ਤੱਕ ਕਾਸਟ ਦਾ ਬਹੁਤ ਜ਼ਿਆਦਾ ਵੱਡਾ ਫੈਕਟਰ ਹੈ। ਔਰ ਉੱਥੇ ਕਈ ਬੱਚੀਆਂ ਆਪਣੀ ਫ੍ਰੀ ਵਿਲ ਦੇ ਨਾਲ ਵੀ ਵਿਆਹ ਕਰਾਉਣ ਦੇ ਲਈ ਚਲੀਆਂ ਜਾਂਦੀਆਂ ਨੇ, ਕਿਉਂਕਿ ਉਹਨਾਂ ਦੇ ਪੇਰੈਂਟਸ ਜ਼ਾਤ ਪਾਤ ਨੂੰ ਸਾਹਮਣੇ ਰੱਖ ਕੇ ਆਪਣੀ ਇਜਾਜ਼ਤ ਨਹੀਂ ਦਿੰਦੇ। ਜ਼ਮਾਨੇ ਬਦਲ ਗਏ ਨੇ, ਪਰ ਸਾਡਾ ਸਮਾਜ ਜ਼ਮਾਨਿਆਂ ਨਾਲ ਨਹੀਂ ਬਦਲਿਆ। ਹੁਣ ਬੱਚੇ ਆਪਣੀ ਪਸੰਦ ਆਪ ਕਰਨਾ ਚਾਹੁੰਦੇ ਨੇ, ਪਰ ਪੇਰੈਂਟਸ ਬੜੀ ਵਾਰ ਉਹਨਾਂ ਨੂੰ ਨਹੀਂ ਕਰਨ ਦਿੰਦੇ। ਇੱਕ ਵਜ੍ਹਾ। ਦੂਜੀ ਵਜ੍ਹਾ ਹੈਗੀ ਹਿਊਮਨ ਟ੍ਰੈਫਿਕਿੰਗ। ਸਭ ਤੋਂ ਜ਼ਿਆਦਾ ਪੈਸਾ ਡਰੱਗਸ ਦੀ ਟ੍ਰੇਡ ਵਿੱਚ ਹੈ ਅਤੇ ਹਿਊਮਨ ਟ੍ਰੈਫਿਕਿੰਗ ਦੀ ਟ੍ਰੇਡ ਦੇ ਵਿੱਚ ਹੈ। ਔਰ ਇਹ ਬੜੇ ਅਫਸੋਸਨਾਕ ਤਰੀਕੇ ਨਾਲ ਸਾਨੂੰ ਇਹ ਗੱਲ ਐਕਨੋਲੇਜ ਕਰਨੀ ਪੈਣੀ ਹੈ ਕਿ ਜਿਹੜਾ ਵੀ ਕੋਈ ਕ੍ਰਾਈਮ ਨੈਟਵਰਕ ਹੈ, ਉਹਦੇ ਤੋਂ ਕੋਈ ਵੀ ਅਣਜਾਣਾ ਨਹੀਂ ਹੁੰਦਾ, ਨਾ ਲਾਅ ਐਂਡ ਆਰਡਰ ਅਤੇ ਨਾ ਐਡਮਿਨਿਸਟ੍ਰੇਸ਼ਨ। ਇਹ ਜਿਹੇ ਵੱਡੇ ਨੈਟਵਰਕ ਜਿਹੜੇ ਕੰਮ ਕਰਦੇ ਨੇ ਹਿਊਮਨ ਟ੍ਰੈਫਿਕਿੰਗ ਦੇ, ਉਹਨਾਂ ਦੇ ਪਿੱਛੇ ਕਿਸੇ ਨਾ ਕਿਸੇ ਪਾਵਰਫੁਲ ਇਨਸਾਨ ਦਾ ਹੱਥ ਹੁੰਦਾ ਹੈ। ਇਸ ਕਰਕੇ ਬਹੁਤ ਸਾਰੀਆਂ ਕੁੜੀਆਂ ਨੂੰ ਗਲਤ ਝਾਂਸੇ ਦੇ ਕੇ, ਜਾਂ ਤਾਂ ਉਹਨਾਂ ਨੂੰ ਚੰਗੇ ਜੌਬਸ ਦੇਣ ਦਾ ਲਾਲਚ ਦੇ ਕੇ, ਜਾਂ ਵਿਆਹ ਕਰਾਉਣ ਦਾ ਲਾਲਚ ਦੇ ਕੇ ਉਹਨਾਂ ਨੂੰ ਫਸਾਇਆ ਜਾਂਦਾ ਹੈ ਅਤੇ ਅੱਗੇ ਉਹਨਾਂ ਨੂੰ ਟ੍ਰੈਫਿਕਿੰਗ ਦੇ ਵਿੱਚ ਪਾਇਆ ਜਾਂਦਾ ਹੈ। ਇੱਕ ਹੋਰ ਜਿਹੜਾ ਬਹੁਤ ਵੱਡੀ ਬਿਮਾਰੀ ਇਸ ਨਾਲ ਕਨੈਕਟਡ ਹੈ, ਉਹ ਹੈਗੀ ਡਰੱਗ ਯੂਜ਼ ਦੀ। ਅਸੀਂ ਸਾਰੇ ਜਾਣਦੇ ਹਾਂ ਕਿ ਯੰਗਸਟਰਸ ਦੇ ਵਿੱਚ ਡਰੱਗ ਯੂਜ਼ ਬਹੁਤ ਹਾਈ ਹੈਗੀ। ਪੰਜਾਬ ਦੇ ਵਿੱਚ, ਚੰਡੀਗੜ੍ਹ ਵੀ ਪੰਜਾਬ ਦੇ ਨਾਲ ਹੀ ਜੁੜਿਆ ਹੋਇਆ ਹੈ। ਇੱਥੇ ਸਾਰੇ ਹਰਿਆਣਾ ਪੰਜਾਬ ਤੋਂ ਬੱਚੇ ਪੜ੍ਹਦੇ ਨੇ ਆ ਕੇ। ਜਿਹੜੀਆਂ ਕੁੜੀਆਂ ਨੂੰ ਇੱਕ ਵਾਰੀ ਤੁਸੀਂ ਡਰੱਗਸ ਯੂਜ਼ ਕਰਨ 'ਤੇ ਲਾ ਲਿਆ, ਉਹਦੇ ਲਈ ਉਹਨਾਂ ਨੂੰ ਬਹੁਤ ਵੱਡੇ ਪੈਸੇ ਦੀ ਲੋੜ ਹੁੰਦੀ ਹੈ, ਜਿਹੜੀ ਕਿ ਉਹਨਾਂ ਦੇ ਕੋਲ ਕੋਈ ਸੋਰਸ ਨਹੀਂ ਹੈ। ਉਹ ਤੋਂ ਬਾਅਦ ਫਿਰ ਤੁਸੀਂ ਉਹਨਾਂ ਨੂੰ ਜੋ ਮਰਜ਼ੀ ਕਹਿ ਕੇ ਜੋ ਮਰਜ਼ੀ ਕਰਾ ਲਓ, ਉਹਨਾਂ ਨੂੰ ਬਲੈਕਮੇਲ ਕਰ ਲਓ, ਉਹਨਾਂ ਨੂੰ ਅਗਵਾ ਕਰ ਲਓ। ਉਹ ਇੱਕ ਦੂਸਰਾ ਤਰੀਕਾ ਹੈ। ਤੀਸਰੀ ਗੱਲ ਇਹ ਹੈ ਕਿ ਯੰਗਸਟਰਸ ਦਾ ਅੱਜ ਕੱਲ੍ਹ ਐਕਸਪੋਜ਼ਰ ਬਹੁਤ ਹੈ। ਟੈਲੀਵਿਜ਼ਨ ਨੂੰ ਬੜਾ ਐਕਸਪੋਜ਼ਰ ਹੈ,
ਤੇ ਉਹਨਾਂ ਦੇ ਅੰਦਰ ਬਹੁਤ ਹਸਰਤਾਂ ਨੇ ਕਿ ਅਸੀਂ ਕਿਤੇ ਪਹੁੰਚਣਾ ਹੈ, ਅਸੀਂ ਪੈਸਾ ਕਮਾਉਣਾ ਹੈ, ਔਰ ਮਟੀਰੀਅਲਿਜ਼ਮ ਵੀ ਬਹੁਤ ਜ਼ਿਆਦਾ ਆ ਗਿਆ ਹੈ। ਪਰ ਅਨਫੋਰਚੂਨੇਟਲੀ ਇੱਕ ਤਾਂ ਸਾਡੀ ਪੜ੍ਹਾਈ ਦਾ ਦਰਜਾ ਬਹੁਤ ਘੱਟ ਹੈ, ਇੰਪਲੋਏਬਿਲਿਟੀ ਨਹੀਂ ਹੈ। ਜਿਹੜੀਆਂ ਕੁੜੀਆਂ 12ਵੀਂ ਕਰ ਜਾਂਦੀਆਂ, BA ਵੀ ਕਰ ਜਾਂਦੀਆਂ, ਇੰਪਲੋਏਬਿਲਿਟੀ ਹੈ ਨਹੀਂ ਗੀ ਉਹਨਾਂ ਦੀ, ਔਰ ਸਟੈਂਡਰਡ ਹੀ ਹੈ ਨਹੀਂ ਪੜ੍ਹਾਈ ਦਾ ਇੰਨਾ ਕਿ ਇੰਪਲੋਏਬਿਲਿਟੀ ਹੋਵੇ। ਉਸ ਤੋਂ ਬਾਅਦ ਜੌਬਸ ਮਿਲਦੀਆਂ ਨਹੀਂ, ਕਿੱਧਰ ਨੂੰ ਜਾਣ? ਉਹ ਜਿਹੜੀਆਂ ਉਹਨਾਂ ਦੇ ਅੰਦਰ ਮੋਟੀਵੇਸ਼ਨ ਹੈ ਪੈਸਾ ਕਮਾਉਣ ਦੀ, ਦੌੜ ਲਾਉਣ ਦੀ ਔਰ ਅੱਛੀ ਲਾਈਫ ਜੀਣ ਦੀ, ਉਹਦੇ ਲਈ ਪੈਸਾ ਕਿੱਥੋਂ ਲਿਆਉਣ? ਇਸ ਜਿਹੜਾ ਇਹ ਉਹਨਾਂ ਦੇ ਅੰਦਰ ਦੀ ਹਸਰਤ ਹੈ, ਇਹਨੂੰ ਮਿਸਯੂਜ਼ ਕਰਦੇ ਨੇ ਲੋਕ। ਉਹੀ ਉਹਨਾਂ ਨੂੰ ਝੂਠੇ ਸੁਪਨੇ ਦਿਖਾ ਕੇ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਕਰਦੇ ਨੇ ਅਤੇ ਫਿਰ ਉਹਨਾਂ ਨੂੰ ਅੱਗੇ ਮਿਸਯੂਜ਼ ਕਰਦੇ ਹੈ ਜਾਂ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਪਾਉਂਦੇ ਹੈ। ਇੱਕ ਕੁੜੀਆਂ ਚਾਈਲਡ ਲੇਬਰ ਦੇ ਲਈ ਜਿਹੜਾ ਨਿਚਲਾ ਵਰਗ ਹੈਗਾ, ਇਕਨੋਮਿਕ ਵਰਗ ਹੈ, ਉਹਦੇ ਵਿੱਚੋਂ ਡੋਮੈਸਟਿਕ ਹੈਲਪ ਲਈ, ਬਾਕੀ ਫੈਕਟਰੀਆਂ ਦੇ ਕੰਮ ਲਈ, ਬਾਕੀ ਚਾਈਲਡ ਲੇਬਰ ਦੇ ਲਈ ਹਾਲੇ ਵੀ ਬੱਚਿਆਂ ਨੂੰ ਯੂਜ਼ ਕੀਤਾ ਜਾਂਦਾ ਹੈ, ਹਾਲਾਂਕਿ ਇਸ ਦੇ ਖਿਲਾਫ ਸਾਡੇ ਲਾਜ਼ ਬਣੇ ਹੋਏ ਨੇ। ਜੇ ਅਸੀਂ ਇਸ ਚੀਜ਼ ਨੂੰ ਰੋਕਣਾ ਹੈ, ਵਾਕਈ ਜੇ ਅਸੀਂ ਸੀਰੀਅਸਲੀ ਰੋਕਣਾ ਹੈ, ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜੇ ਕ੍ਰਾਈਮ ਰੈਕਟ ਨੇ ਉਹ ਭੰਨਣੇ ਪੈਣਗੇ, ਟ੍ਰੈਫਿਕਿੰਗ ਦੇ, ਡਰੱਗ ਟ੍ਰੈਫਿਕਿੰਗ ਦੇ। ਪਰ ਅਨਫੋਰਚੂਨੇਟਲੀ ਮੈਂ ਇਹ ਬਿਲਕੁਲ ਖੁੱਲ੍ਹਮ ਖੁੱਲ੍ਹਾ ਕਹਿ ਰਹੀ ਹਾਂ ਕਿ ਜਿੱਥੇ ਸਾਡੀ ਸੰਸਦ ਦੇ ਵਿੱਚ, ਸਾਡੀਆਂ ਲੋਕ ਸਭਾਵਾਂ ਦੇ ਵਿੱਚ ਅੱਧੇ ਕ੍ਰਿਮੀਨਲ ਬੈਠੇ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਰੈਕਟਸ ਤੋਂ ਪੈਸਾ ਬਣਾਉਂਦੇ ਨੇ ਅਤੇ ਉਹਨਾਂ ਨੂੰ ਆਪਣੀ ਪ੍ਰੋਟੈਕਸ਼ਨ ਦਿੰਦੇ ਨੇ, ਉਹ ਕੀ ਇਹਨਾਂ ਨੂੰ ਖ਼ਤਮ ਕਰਨ ਦੇਣਗੇ? ਉਹਦੇ ਵਿੱਚ ਫਿਰ ਦੂਸਰੇ ਲੋਕ ਐਕਸਪਲੋਇਟ ਕੀਤੇ ਜਾਂਦੇ ਨੇ। ਸੋ ਫਸਟ ਥਿੰਗ ਇਜ਼ ਲਾਅ ਐਂਡ ਆਰਡਰ। ਸੈਕਿੰਡ ਥਿੰਗ ਇਜ਼ ਕਿ ਜਿਹੜੇ ਸਾਡੀ ਸੁਸਾਇਟੀ ਵਿੱਚ ਇੱਕ ਬਿਮਾਰੀ ਹੈ ਕਿ ਅਸੀਂ ਹਲੇ ਵੀ ਪੂਰੀ ਤਰ੍ਹਾਂ ਬੱਚਿਆਂ ਦੀ ਫਿਊਚਰ ਕੰਟਰੋਲ ਕਰਨਾ ਚਾਹੁੰਦੇ ਹਾਂ। ਅਸੀਂ ਉਹਨਾਂ ਨੂੰ ਆਪਣੀ ਪਸੰਦ ਦੇ ਨਾਲ ਅੱਗੇ ਵਿਆਹ ਨਹੀਂ ਕਰਨ ਦਿੰਦੇ, ਮਿਲਣ ਗਿਲਣ ਨਹੀਂ ਦਿੰਦੇ। ਸਾਨੂੰ ਉਹ ਚੇਂਜ ਕਰਨਾ ਪਊਗਾ ਕਿਉਂਕਿ ਦੁਨੀਆ ਇਸ ਤੋਂ ਬਹੁਤ ਅੱਗੇ ਨਿਕਲ ਚੁੱਕੀ ਹੈ। ਜੇ ਅਸੀਂ ਹੁਣ ਸੋਚਦੇ ਹਾਂ ਕਿ ਅਸੀਂ ਕੁੜੀਆਂ ਨੂੰ ਘਰ ਦੇ ਵਿੱਚ ਬੰਦ ਕਰਕੇ ਰੱਖਾਂਗੇ, ਉਹ ਨਹੀਂ ਹੋਊਗਾ। ਉਹ ਚੋਰੀ ਛਿਪੇ ਇਸ ਤਰ੍ਹਾਂ ਦੇ ਡੈਸਪਰੇਟ ਸਟੈਪਸ ਤਾਂ ਵੀ ਲੈਂਦੀਆਂ ਨੇ ਕਿਉਂਕਿ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਅਲਾਉ ਨਹੀਂ ਕਰਦੇ ਕਿ ਉਹ ਆਪਣੀ ਚੋਇਸ ਦੇ ਨਾਲ ਸ਼ਾਦੀ ਕਰ ਸਕਣ। ਅਤੇ ਤੁਹਾਡੀ ਗੱਲ ਜਾਰੀ ਰੱਖਾਂਗੇ, ਪਰ ਆਪਾਂ ਚੰਡੀਗੜ੍ਹ 'ਤੇ ਫੋਕਸ ਕਰੀਏ। ਚੰਡੀਗੜ੍ਹ ਇੱਕ ਅਜਿਹੀ ਸਿਟੀ ਹੈ, ਪੌਸ਼ ਏਰੀਆ ਹੈਗਾ, ਤਾਂ ਇੱਥੇ ਦੇ ਅੰਕੜੇ ਜਿਹੜੇ ਨੇ ਉਹ ਵੀ ਹੈਰਾਨੀਜਨਕ ਹੈ। ਇੱਥੇ ਦੇ ਰੀਜ਼ਨਸ ਥੋੜ੍ਹੇ ਜਿਹੇ ਫਰਕ ਨੇ। ਇੱਥੇ ਬੱਚੇ ਪੜ੍ਹਨ ਆਉਂਦੇ ਨੇ, ਹਰਿਆਣੇ ਦੇ ਪਿੰਡਾਂ ਤੋਂ ਵੀ ਆਉਂਦੇ ਹੈ, ਪੰਜਾਬ ਦੇ ਪਿੰਡਾਂ ਤੋਂ ਵੀ ਆਉਂਦੇ ਨੇ, ਛੋਟੇ ਕਸਬਿਆਂ ਤੋਂ ਆਉਂਦੇ ਹੈ, ਛੋਟੇ ਸ਼ਹਿਰਾਂ ਤੋਂ ਆਉਂਦੇ ਨੇ। ਸਡਨਲੀ ਜਦੋਂ ਉਹ ਚੰਡੀਗੜ੍ਹ ਆ ਕੇ ਦੇਖਦੇ ਨੇ ਇੱਥੇ ਅਮੀਰਾਂ ਦੇ ਬੜੇ ਬੱਚੇ ਨੇ ਔਰ ਉਹ ਉਹਨਾਂ ਨੂੰ ਦੇਖਦੇ ਹੈ ਕਿ ਕਿਵੇਂ ਡਰੈਸਅਪ ਕਰਦੇ ਆ, ਇਹਨਾਂ ਕੋਲ ਮਹਿੰਗੇ ਫੋਨਸ ਨੇ, ਇਹਨਾਂ ਕੋਲ ਆਪਣੇ ਮੋਟਰਸਾਈਕਲ ਨੇ, ਗੱਡੀਆਂ ਨੇ, ਅਤੇ ਉਹ ਉਹਨਾਂ ਦੇ ਬਰਾਬਰ ਆਉਣਾ ਚਾਹੁੰਦੇ ਨੇ। ਉਹ ਪਾਰਟੀਜ਼ 'ਤੇ ਜਾਣਾ ਚਾਹੁੰਦੇ ਨੇ, ਉਹ ਲੇਟੈਸਟ ਡਰੈਸਿਸ ਪਾਉਣਾ ਚਾਹੁੰਦੀਆਂ ਨੇ ਕੁੜੀਆਂ, ਜਿਸ ਤਰ੍ਹਾਂ ਦੀਆਂ ਉਹ ਦੇਖਦੀਆਂ ਹੋਸਟਲਸ ਦੇ ਵਿੱਚ ਦੂਜੀਆਂ ਪਾਉਂਦੀਆਂ ਨੇ। ਉਹਦੇ ਲਈ ਪੈਸੇ ਕਿੱਥੋਂ ਲਿਆਉਣ? ਉਹ ਪੈਸੇ ਲਿਆਉਣ ਦੀ ਖਾਤਰ ਕਈ ਦਫਾ ਉਹ ਗਲਤ ਰਸਤਿਆਂ ਵੱਲ ਵੀ ਅਟਰੈਕਟ ਹੋ ਜਾਂਦੀਆਂ ਨੇ। ਮੈਂ ਇੱਥੇ ਤੱਕ ਸੁਣਿਆ ਕਿ ਇੱਕ ਐਸਕੌਟ ਸਰਵਿਸਿਜ਼ ਅੱਜ ਕੱਲ੍ਹ ਨਵੀਂ ਚੀਜ਼ ਸ਼ੁਰੂ ਹੋਈ ਹੈ, ਜਿਹਦੇ ਵਿੱਚ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਹਾਇਰ ਕਰਦੇ ਨੇ ਘੰਟੇ ਦੇ ਹਿਸਾਬ ਨਾਲ, ਅਮੀਰਾਂ ਦੇ ਨਾਲ ਕੰਪਨੀ ਦੇਣ ਲਈ। 5 ਸਟਾਰ ਹੋਟਲਸ ਦੇ ਵਿੱਚ ਜਾ ਕੇ ਐਸਕੌਟ ਸਰਵਿਸਿਜ਼ ਦਿੰਦੇ ਨੇ। ਉਹ ਇਹੋ ਜਿਹੇ ਪਾਸਿਆਂ 'ਚ ਪੈ ਜਾਂਦੀਆਂ ਨੇ, ਉਹ ਡਰੱਗਸ ਵੱਲ ਵੀ ਪੈ ਜਾਂਦੀਆਂ ਨੇ ਇੱਥੇ ਆ ਕੇ। ਫਿਰ ਉਹ ਜਿਹੜਾ ਉਹ ਪੈਸੇ ਦੀ ਜਿਹੜੀ ਹਵਸ ਹੈ, ਹਸਰਤ ਹੈ, ਬੈਟਰ ਕੱਪੜੇ ਪਾਉਣ ਦੀ, ਹੋਟਲਸ ਵਿੱਚ ਜਾਣ ਦੀ, ਫਿਰ ਉਹ ਉਹਨਾਂ ਦੇ ਲਈ ਇੱਕ ਟਰੈਪ ਬਣ ਜਾਂਦੀ ਹੈ। ਸ਼ਾਇਦ ਉਹ ਕਦੇ ਇਹ ਨਹੀਂ ਸੋਚਦੀਆਂ ਬਈ ਸਾਨੂੰ ਲਾਪਤਾ ਕਰ ਲਿਆ ਜਾਊਗਾ ਜਾਂ ਸਾਨੂੰ ਬਲੈਕਮੇਲ ਕੀਤਾ ਜਾਊਗਾ, ਪਰ ਉਹ ਇੰਨਾ ਜ਼ਿਆਦਾ ਉਹਦੇ ਵਿੱਚ ਇਨਵੋਲਵ ਹੋ ਜਾਂਦੀਆਂ ਕਿ ਫਿਰ ਉਹਨਾਂ ਨੂੰ ਨਿਕਲਣ ਦੇ ਲਈ ਕੋਈ ਰਸਤਾ ਨਹੀਂ ਮਿਲਦਾ। ਉਹਨਾਂ ਦੇ ਸੁਪਨੇ ਹੀ ਨੇ ਜਿਹੜੇ ਇਸ ਤਰੀਕੇ ਨਾਲ ਉਹ ਸੋਚਦੀਆਂ, ਸੁਪਨੇ ਸਾਕਾਰ ਕਰਨ ਦੇ ਲਈ ਵੀ ਛੋਟੇ ਛੋਟੇ ਜਿਹੜੇ ਵੱਡੇ ਅਮੀਰ ਬਣਦੇ, ਯਕਦਮ ਅਮੀਰ ਬਣਦੇ ਜਿਹੜੇ ਸੁਪਨੇ ਆ, ਤਾਂ ਇਹਦੇ ਪਿੱਛੇ ਕੋਈ ਜਿਵੇਂ ਸਰਕਾਰਾਂ ਜਾਂ ਹੋਰ ਉਹ ਵੀ ਕਿਸੇ ਤਰੀਕੇ ਕੰਮ ਕਰ ਰਹੇ ਟੇਢੇ ਤਰੀਕੇ ਨਾਲ ਵੀ ਮਾਹੌਲ ਜਿਹੜਾ ਇਸ ਤਰੀਕੇ ਦਾ ਬਣਾਇਆ ਜਾਵੇ? ਬਿਲਕੁਲ ਜੀ, ਉਹਦੇ ਵਿੱਚ ਬੜੀ ਸਿੱਧੀ ਜਿਹੀ ਗੱਲ ਹੈ ਕਿ ਸਾਨੂੰ ਰੋਜ਼ਗਾਰ ਦੇਣਾ ਹੈ ਕੁੜੀਆਂ ਨੂੰ, ਸਾਨੂੰ ਅੱਛੀ ਐਜੂਕੇਸ਼ਨ ਦੇਣੀ ਹੈ
ਔਰ ਉਹਨਾਂ ਨੂੰ ਇੱਕ ਫਿਊਚਰ ਨਜ਼ਰ ਆਉਣੀ ਚਾਹੀਦੀ ਹੈ ਸਹੀ ਤਰੀਕੇ ਨਾਲ ਆਪਣੀਆਂ ਹਸਰਤਾਂ ਪੂਰੀਆਂ ਕਰਨ ਦੀ। ਜੇ ਸਾਡੇ ਯੂਥ ਨੂੰ ਦਿਖੇ ਅੱਗੇ ਕਿ ਮੇਰੇ ਲਈ ਇੱਕ ਰੌਸ਼ਨ ਫਿਊਚਰ ਹੈ, ਜੇ ਮੈਂ ਮਿਹਨਤ ਕਰੂੰਗੀ ਤਾਂ ਮੈਂ ਆਪਣੇ ਲਈ ਪੈਸਾ ਕਮਾ ਸਕਦੀ ਹਾਂ, ਮੈਂ ਆਪਣੇ ਪੈਰਾਂ 'ਤੇ ਖੜੀ ਹੋ ਸਕਦੀ ਹਾਂ, ਤਾਂ ਸ਼ਾਇਦ ਉਹ ਇਸ ਤਰ੍ਹਾਂ ਦੇ ਰਸਤੇ ਨਾ ਅਪਣਾਉਣ। ਅਤੇ ਹੁਣ ਕੀ ਹੈ, ਜਾਂ ਤਾਂ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਅਗੇਨ, ਕਿਉਂਕਿ ਇੱਥੇ ਨਾ ਜੌਬਸ ਨੇ ਨਾ ਇੰਪਲੋਏਬਿਲਿਟੀ ਹੈ, ਜਾਂ ਫਿਰ ਇਸ ਤਰ੍ਹਾਂ ਦਾ ਸ਼ਾਰਟਕੱਟ ਲੱਭਦੇ ਨੇ ਪੈਸੇ ਬਣਾਉਣ ਦੇ ਲਈ। ਸਾਨੂੰ ਇਹਨਾਂ ਨੂੰ ਅੱਛੀ ਫਿਊਚਰ ਔਰ ਕਮਾਈ ਕਰਨ ਦੇ ਵਾਇਸ ਦੇਣੇ ਪੈਣਗੇ। ਜੀ, ਜਿਹੜੀਆਂ ਉਹ ਲੜਕੀਆਂ ਫਿਰ ਗਾਇਬ ਹੁੰਦੀਆਂ, ਉਹ ਜਾਂਦੀਆਂ ਕਿੱਥੇ ਹੈ, ਉਹਦੇ ਜ਼ਿੰਮੇਵਾਰ ਕੌਣ ਹੈ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਉਹਦੇ ਜ਼ਿੰਮੇਵਾਰ ਹੈਗੇ ਨੇ ਸਭ ਤੋਂ ਵੱਡੇ ਤਾਂ ਜਿਹੜੇ ਇਹ ਰੈਕਟਸ ਨੂੰ ਰਨ ਕਰਦੇ ਨੇ, ਜਿਨ੍ਹਾਂ ਦੇ ਪਿੱਛੇ ਪੋਲੀਟੀਸ਼ੀਅਨਸ ਦਾ ਹੱਥ ਹੈ, ਜਿਨ੍ਹਾਂ ਦੇ ਪਿੱਛੇ ਸੀਨੀਅਰ ਪੁਲਿਸ ਆਫਿਸਰਸ ਦਾ ਹੱਥ ਹੈ, ਜਿਹੜੇ ਸਾਰੇ ਇਸ ਦੇ ਵਿੱਚੋਂ ਕਮਾਈ ਦਾ ਹਿੱਸਾ ਲੈਂਦੇ ਨੇ। ਵੈਰੀ ਸੌਰੀ ਟੂ ਸੇ ਦੈਟ। ਉਹਨਾਂ ਦਾ ਸਭ ਤੋਂ ਵੱਡੀ ਜ਼ਿੰਮੇਦਾਰੀ ਹੈ। ਬਾਕੀ ਸਰਕਾਰ ਦੀ ਜਿਹੜਾ ਸਾਡਾ ਪੂਰਾ ਸਿਸਟਮ ਹੈ, ਤਾਣਾ ਬਾਣਾ ਹੈ, ਇਹ ਕਿਉਂ ਬੱਚਿਆਂ ਨੂੰ ਇੱਕ ਫਿਊਚਰ ਦੀ ਪ੍ਰੋਮਿਸ ਨਹੀਂ ਦਿੰਦਾ? ਇਹ ਕਿਉਂ ਬੱਚਿਆਂ ਨੂੰ ਚੰਗੀ ਪੜ੍ਹਾਈ ਨਹੀਂ ਦਿੰਦਾ ਜਿਹਦੇ ਨਾਲ ਉਹ ਸਸ਼ਕਤ ਹੋਣ? ਸਕਿੱਲਸ ਕਿਉਂ ਨਹੀਂ ਦਿੰਦਾ ਉਹਨਾਂ ਨੂੰ ਕਮਾਈ ਦੀ? ਫਿਲਹਾਲ ਸਾਡੀ ਪੜ੍ਹਾਈ ਮੋਸਟਲੀ ਖੋਖਲੀ ਹੈ। ਕੋਈ ਵੀ ਬੱਚਾ 12ਵੀਂ ਕਰਕੇ ਜਾਂ BA ਕਰਕੇ ਕੋਈ ਚੰਗੀ ਨੌਕਰੀ ਦੀ ਆਸ ਨਹੀਂ ਰੱਖ ਸਕਦਾ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਮੇਰੀ ਡੋਮੈਸਟਿਕ ਹੈਲਪਰ ਹੈ ਉਹ ਗ੍ਰੈਜੂਏਟ ਹੈ। ਸੋ ਜਿੱਥੇ ਅਸੀਂ ਉਹਨਾਂ ਨੂੰ ਕੋਈ ਉਮੀਦ ਨਹੀਂ ਦਿੰਦੇ, ਅਸੀਂ ਉਹਨਾਂ ਨੂੰ ਕੋਈ ਫਿਊਚਰ ਨਹੀਂ ਦਿੰਦੇ, ਫਿਰ ਉਹ ਇਸ ਤਰ੍ਹਾਂ ਦੇ ਉਲਟੇ ਸਿੱਧੇ ਰਸਤਿਆਂ ਵੱਲ ਪੈਂਦੀਆਂ ਨੇ ਔਰ ਉਹ ਇੱਕ ਸ਼ਿਕਾਰ ਹੋ ਜਾਂਦੀਆਂ ਨੇ ਉਹਨਾਂ ਲੋਕਾਂ ਦੀਆਂ ਜਿਹੜੇ ਇਹਨਾਂ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਜਾਲ ਬੁਣਿਆ ਜਾਂਦਾ, ਇੱਕ ਜਾਲ ਬੁਣਿਆ ਜਾਂਦਾ ਹੈ। ਔਰ ਇੱਕ ਹੋਰ ਬੜਾ ਵੱਡਾ ਰੀਜ਼ਨ ਹੈਗਾ, ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ਰੇਸ਼ੋ ਹੈਗੀ ਹੈ ਗਰਲ ਟੂ ਬੋਏ ਦੀ, ਉਹ ਵੀ ਇਟਸ ਵੈਰੀ ਐਡਵਰਸ ਟੂ ਗਰਲ ਚਿਲਡਰਨ। ਹਾਲੇ ਤੱਕ ਸਾਡੇ ਜਿੰਨੇ ਵੀ ਕਾਨੂੰਨ ਮੰਨਦੇ ਨੇ ਉਹ ਤੋੜਨ ਦੇ ਲਈ ਬਣਦੇ ਨੇ, ਉਹ ਟੁੱਟਦੇ ਰਹਿੰਦੇ ਆ। ਉਹਦੇ ਲਈ ਬੜੇ ਘੱਟ ਲੋਕ ਨੇ ਜਿਹੜੇ ਪੇ ਕਰਦੇ ਨੇ। ਉਹ ਵੀ ਹਲੇ ਵੀ ਬਹੁਤ ਮਾੜਾ, ਉਹਦੇ 'ਚ ਕੁੜੀਆਂ ਬਹੁਤ ਘੱਟ ਨੇ, ਬੰਦੇ ਜ਼ਿਆਦਾ। ਉਹਦਾ ਜਦੋਂ ਵੀ ਇਸ ਤਰ੍ਹਾਂ ਹੁੰਦਾ ਤਾਂ ਕ੍ਰਾਈਮ ਅਗੇਂਸਟ ਵਿਮਨ ਹਮੇਸ਼ਾ ਵੱਧਦੀ ਹੈ, ਕਿਉਂਕਿ ਕੁੜੀਆਂ ਪੂਰੀਆਂ ਨਹੀਂ ਹੁੰਦੀਆਂ ਸਾਰੇ ਮੁੰਡਿਆਂ ਦੇ ਲਈ। ਹੁਣ ਵਿਆਹ ਕਰਨ ਲਈ ਵੀ ਬੜੇ ਲੋਕਾਂ ਨੂੰ ਨਹੀਂ ਲੱਭਦੀਆਂ ਕੁੜੀਆਂ, ਅਤੇ ਉਹ ਖਰੀਦੀਆਂ ਵੀ ਜਾਂਦੀਆਂ ਨੇ। ਇਹ ਪਹਿਲਾਂ ਵੀ ਹੁੰਦਾ ਸੀਗਾ ਪੰਜਾਬ ਦੇ ਵਿੱਚ, ਜਦੋਂ ਪਹਿਲਾਂ ਵੀ ਕੁੜੀਆਂ ਮਾਰਦੇ ਸੀਗੇ ਅਤੇ ਉਦੋਂ ਵੀ ਖਰੀਦ ਕੇ ਲਿਆਉਂਦੇ ਸੀ, ਅਤੇ ਹੁਣ ਵੀ ਉਹੀ ਹਾਲ ਹੋ ਰਿਹਾ ਕਿ ਇਹਨਾਂ ਦੀ ਜ਼ਬਰਦਸਤੀ ਵਿਆਹ ਵੀ ਕੀਤਾ ਜਾਂਦਾ ਕੁੜੀਆਂ ਦਾ। ਇੱਕ ਪਾਸੇ ਤਾਂ ਖੁੱਲ੍ਹੇਆਮ ਸ਼ਰੇਆਮ ਸਰਕਾਰਾਂ ਇਹ ਦਾਅਵੇ ਕਰਦੀਆਂ ਔਰਤਾਂ ਦੀ ਰੱਖਿਆ ਨੂੰ ਲੈ ਕੇ, ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਉਹ ਕਰਦੇ ਨੇ। ਦੂਜੇ ਪਾਸੇ ਮਣੀਪੁਰ ਵਰਗੀਆਂ ਘਟਨਾਵਾਂ ਇਹੀ ਸਮਾਜ ਦੇ ਵਿੱਚ ਹੋ ਰਹੀਆਂ ਨੇ। ਬਿਲਕਿਸ ਬਾਨੋ ਵਾਲਾ ਤੁਸੀਂ ਜ਼ਿਕਰ ਕਰਕੇ ਹਟੇ ਸੀ। ਇਕੱਲੀਆਂ ਇਹੀ ਨਹੀਂ ਜੀ, ਹੁਣੇ ਹੀ ਆਪਣੇ ਦੇਖੋ ਜਿਹੜੀਆਂ ਦੇਸ਼ ਦੇ ਲਈ ਤਗਮੇ ਜਿੱਤ ਕੇ ਆਈਆਂ ਨੇ ਸਾਡੀਆਂ ਵਿਮਨ ਰੈਸਲਰਸ, ਦਿੱਲੀ ਵਿੱਚ ਕਿੰਨਾ ਲੰਬਾ ਧਰਨਾ ਉਹਨਾਂ ਨੂੰ ਲਾਉਣਾ ਪਿਆ, ਕਿਉਂਕਿ ਬੜੇ ਸ਼ਰੇਆਮ ਇੱਕ ਬੰਦਾ ਜਿਹੜਾ BJP ਦਾ ਬੜਾ ਇੰਪੋਰਟੈਂਟ ਲੀਡਰ ਹੈ, ਬ੍ਰਿਜ ਭੂਸ਼ਣ, ਉਹਨੇ ਉਹਨਾਂ ਨੂੰ ਮੋਲੈਸਟ ਕੀਤਾ ਔਰ ਉਹਦੇ ਨਾਲ ਕਿਸੇ ਨੇ ਉਹਨਾਂ ਦੀ ਗੱਲ ਕੋਈ ਸੁਣਨ ਨਹੀਂ ਗਿਆ ਬਹੁਤ ਦੇਰ। ਫਿਰ ਵੱਖ-ਵੱਖ ਆਵਾਜ਼ਾਂ ਉੱਠੀਆਂ ਦੇਸ਼ ਦੇ ਵਿੱਚੋਂ। ਫਿਰ ਵੀ ਇਹਨਾਂ ਨੇ, ਕਿਉਂਕਿ ਉਹਦੇ 'ਤੇ ਪੋਕਸੋ ਲੱਗਦਾ ਸੀਗਾ, ਉਹ ਪੋਕਸੋ ਦਾ ਕੇਸ ਡਰੋਪ ਕਰਾਤਾ, ਤਾਂ ਕਿ ਨਹੀਂ ਤਾਂ ਇਮੀਡੀਏਟਲੀ ਉਹਨੂੰ ਹਿਰਾਸਤ ਵਿੱਚ ਹੋਣਾ ਚਾਹੀਦਾ ਸੀ। ਅਤੇ ਜਿਹੜੇ ਲੋਕ ਇਹਨਾਂ ਦੇ ਨਾਲ ਮਿਸਬਿਹੇਵ ਕਰਦੇ ਨੇ, ਕਥੂਆ ਦਾ ਕੇਸ, ਉਨਾਓ ਦਾ ਕੇਸ, ਬਿਲਕਿਸ ਬਾਨੋ ਦੇ ਉਹ ਬਾਹਰ ਫ੍ਰੀ ਹੋ ਕੇ ਉਹਨਾਂ ਦੇ ਹਾਰ ਪਾਏ ਲੋਕਾਂ ਨੇ ਜਿਹੜੇ ਉਹਦੇ ਰੇਪਿਸਟ ਸੀਗੇ। ਜੇ ਅਸੀਂ ਰੇਪਿਸਟਸ ਨੂੰ ਬਚਾਉਂਦੇ ਹਾਂ ਅਤੇ ਕੁੜੀਆਂ ਨੂੰ ਅਸੀਂ ਦਰਕਿਨਾਰ ਕਰਦੇ ਹਾਂ, ਅਤੇ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ? ਸੰਸਕਾਰੀ ਕਿਹਾ ਗਿਆ। ਅਤੇ ਅਸੀਂ ਜਿੱਥੇ ਵੀ ਅਸੀਂ ਦੇਖਿਆ, ਮੈਨੂੰ ਦਿਖਾ ਦਿਓ ਕਿੱਥੇ ਕੋਈ ਰੇਪਿਸਟ ਹੈ ਜਿਹਨੂੰ ਬਹੁਤ ਐਸੀ ਸਜ਼ਾ ਮਿਲੀ ਹੋਵੇ ਕਿ ਬਾਕੀ ਸਾਰੇ ਕੰਬ ਗਏ ਹੋਣ ਉਸ ਤੋਂ। ਇੱਕ ਹੋਰ ਗੱਲ, ਸਿਰਫ ਇੱਕ ਤਾਂ ਹੋ ਗਏ ਜਿਹੜੇ ਪਬਲਿਕਲੀ ਬਚਦੇ ਨੇ ਅਤੇ ਬਾਕੀ ਲੋਕ ਦੇਖ ਕੇ ਹੱਸਦੇ ਹੋਣਗੇ ਜਿਹੜੇ ਇੱਦਾਂ ਦੀਆਂ ਪ੍ਰਵਿਰਤੀਆਂ ਰੱਖਦੇ ਨੇ ਵੀ ਸਾਡਾ ਕੋਈ ਕੀ ਵਿਗਾੜ ਲੂਗਾ। ਕਿਉਂਕਿ ਸਾਡੇ ਮੁਲਕ ਵਿੱਚ ਸਿਰਫ ਪਾਵਰ ਚੱਲਦੀ ਹੈ, ਪੋਲੀਟੀਕਲ ਪਾਵਰ ਜਾਂ ਪੈਸੇ ਦੀ ਪਾਵਰ, ਕਾਨੂੰਨ ਨਹੀਂ ਚੱਲਦਾ। ਕਾਨੂੰਨ ਸੈਕੰਡਰੀ ਹੈ ਸਾਡੇ ਮੁਲਕ ਵਿੱਚ।
ਇਹਦੇ ਇਲਾਵਾ ਕਿੰਨੀਆਂ ਔਰਤਾਂ ਨੇ ਜਿਹੜੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ, ਹਸਬੈਂਡਸ ਵੱਲੋਂ, ਆਪਣੇ ਇਨ-ਲॉज ਵੱਲੋਂ, ਔਰ ਅਨਫੋਰਚੂਨੇਟਲੀ ਮਾਂ-ਬਾਪ ਦੇ ਘਰਾਂ ਦੇ ਵਿੱਚ ਵੀ ਉਹਨਾਂ ਦਾ ਬੜੀਆਂ ਦਾ ਸ਼ੋਸ਼ਣ ਹੁੰਦਾ ਹੈ। ਔਰ ਬੜੇ ਜ਼ਿਆਦਾ ਘਰ ਦੇ ਵਿੱਚ ਵੀ ਰੇਪਸ ਹੁੰਦੇ ਹੈ, ਇਨਸੈਸਟ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਵੱਲ ਸਮਾਜ ਟੋਟਲੀ ਅੱਖਾਂ ਮੀਚ ਕੇ ਬੈਠਾ ਹੈ। ਮੈਂ ਸਕੂਲਾਂ 'ਚ ਜਾਂਦੀ ਹਾਂ, ਮੈਂ ਬੱਚਿਆਂ ਨਾਲ ਗੱਲ ਕਰਦੀ ਹਾਂ, ਉਹਨਾਂ ਨੂੰ ਮੈਂ ਕਾਉਂਸਲ ਕਰਦੀ ਹਾਂ। ਮੇਰੇ ਕੋਲ 10-10, 11-11 ਸਾਲ ਦੀਆਂ ਬੱਚੀਆਂ ਦੇ ਕੇਸ ਆਏ ਨੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਰੇਪ ਕੀਤੇ ਨੇ। ਮੈਨੂੰ ਦਿਖਾਓ ਕਿ ਕਿੱਥੇ ਕੋਈ ਅੱਛੇ ਤੇ ਸੇਫ ਘਰ ਹੈਗੇ ਨੇ ਜਿੱਥੇ ਉਹ ਬੱਚੀਆਂ ਨੂੰ ਉੱਥੋਂ ਕੱਢ ਕੇ ਸਰਕਾਰੀ ਘਰ ਦੇ ਵਿੱਚ ਰੱਖਿਆ ਜਾ ਸਕੇ। ਜੇ ਕਿਸੇ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਆਪਾਂ ਉਹਨਾਂ ਨੂੰ ਲੈ ਕੇ ਜਾਈਏ, ਵਿਮਨਸ ਹੋਮ ਜਿਹਨੂੰ ਅਸੀਂ ਕਹਿੰਦੇ ਹਾਂ, ਉੱਥੇ ਉਦੋਂ ਵੀ ਜ਼ਿਆਦਾ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ। ਉਹਨਾਂ ਦੀ ਸੇਫ ਸਪੇਸ ਕਿੱਥੇ ਹੈ? ਤੁਹਾਨੂੰ ਹੱਲ ਕੀ ਲੱਗਦਾ ਇਹ ਜੇ ਸਾਰੇ ਕੁਝ ਜਿਹੜਾ ਇਹ ਦਾਇਰਾ ਬਣਿਆ ਹੋਇਆ ਹੈ, ਮਾਹੌਲ ਬਣਿਆ ਹੋਇਆ ਹੈ, ਅਜਿਹੇ ਮਾਹੌਲ ਦੇ ਵਿੱਚ ਤੁਹਾਨੂੰ ਇੱਕ ਸੰਭਵ ਜਾਂ ਇੱਕ ਸਾਰਥਕ ਹੱਲ ਕੀ ਲੱਗਦਾ? ਸਾਰਥਕ ਹੱਲ ਇਹ ਹੈਗਾ ਕਿ ਪਹਿਲੀ ਗੱਲ ਤਾਂ ਜਿੰਨੇ ਵੀ ਕੁੜੀਆਂ ਦੇ ਇਦਾਰੇ ਨੇ, ਚਾਹੇ ਉਹ ਸੇਫ ਹੋਮਸ ਹੋਣ, ਚਾਹੇ ਉਹ ਜਿੱਥੇ ਕਿਸੇ ਨੂੰ ਆਪਣਾ ਸੈਕਸ਼ੂਅਲ ਵਾਇਲੈਂਸ ਜਾਂ ਦੂਸਰੀ ਵਾਇਲੈਂਸ ਦਾ ਸਾਹਮਣਾ ਕਰ ਰਿਹਾ ਪਿਆ ਹੋਵੇ, ਉਹ ਬਹੁਤ ਸੀਰੀਅਸਲੀ ਲਿਆ ਜਾਵੇ। ਉਹਦੇ ਵਿੱਚ ਕਰਤਾ ਧਰਤਾ ਔਰਤਾਂ ਹੀ ਹੋਣ, ਔਰ ਕਿਰਦਾਰ ਵਾਲੀਆਂ ਔਰਤਾਂ ਹੋਣ। ਇਹ ਨਾ ਹੋਵੇ ਕਿ ਜੱਜਾਂ ਦੀਆਂ ਵੋਟੀਆਂ ਨੇ ਜਾਂ MLA ਦੀਆਂ ਵੋਟੀਆਂ ਨੇ ਜਿਹੜੀਆਂ ਕਿ ਐਡਮਿਨਿਸਟ੍ਰੇਸ਼ਨ ਦੇ ਨਾਲ ਖੜੀਆਂ ਨੇ। ਉਹ ਸਮਾਜ ਸੇਵੀ ਹੋਣੀਆਂ ਚਾਹੀਦੀਆਂ ਜਿਨ੍ਹਾਂ ਦਾ ਜਿਹੜੇ ਆਪਣਾ ਪਾਵਰਫੁਲ ਲੌਬੀਜ਼ ਨੇ ਉਹਨਾਂ ਨਾਲ ਕੋਈ ਲੈਣਾ ਦੇਣਾ ਨਾ ਹੋਵੇ। ਪਰ ਸਮਾਜ ਸੇਵੀ ਜਿਹੜੇ ਨੇ ਉਹਨਾਂ ਦੇ ਵੀ ਬਹੁਤ ਵੱਡੇ, ਉਹਨਾਂ ਦੇ ਮਨ ਦੀ ਮਨਸ਼ਾ ਜਾਂ ਮੈਲ ਹੁੰਦੀ ਹੈ, ਉਹ ਵੀ ਬਹੁਤ ਤਰ੍ਹਾਂ ਦਾ ਬਿਜ਼ਨਸ ਚਲਾ ਰਹੇ ਨੇ ਇਸ ਨਾਂ 'ਤੇ। ਵਿੱਚੋਂ ਕਈ ਚਲਾ ਰਹੇ ਨੇ ਪਰ ਕਈ ਠੀਕ ਵੀ ਨੇ। ਪਰ ਜੇ ਅਸੀਂ ਸਿਰਫ ਉਹ ਜਿਹੜੇ ਲੱਗਦੀਆਂ ਨੇ ਕਿ ਕਿਉਂਕਿ ਕਿਸੇ ਪਾਵਰਫੁਲ ਬੰਦੇ ਦੀਆਂ ਵਾਈਫਸ ਨੇ, ਉਹ ਤਾਂ ਟੋਟਲੀ ਇਟ ਡਜ਼ਨਟ ਮੇਕ ਐਨੀ ਸੈਂਸ। ਸੋ ਜਦ ਤੱਕ ਅਸੀਂ ਇਹਨਾਂ ਨੂੰ ਇਨਸਾਫ ਨਹੀਂ ਦਿੰਦੇ, ਸਾਡੀ ਬਿਲਕੀਸ ਬਾਨੋਜ਼ ਨੂੰ, ਸਾਡੇ ਰੈਸਲਰਸ ਨੂੰ, ਮਨੀਪੁਰ ਵਾਲੀਆਂ ਔਰਤਾਂ ਨਾਲ ਜੋ ਹੋਇਆ, ਉਹ ਜਦ ਤੱਕ ਇਹਨਾਂ ਨੂੰ ਐਸੇ ਹਾਦਸਿਆਂ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਸਾਡੀਆਂ ਔਰਤਾਂ ਤਾਂ ਰੁਲਣੀਆਂ ਹੀ ਹੈ। ਅਸੀਂ ਆਪ ਰੋਲ ਰਹੇ ਹਾਂ। ਕੀ ਗੱਲ ਅਸੀਂ ਕਰਦੇ ਹਾਂ ਕਿ ਦ੍ਰੋਪਦੀ ਦਾ ਚੀਰ ਹਰਣ ਹੋਇਆ ਸੀ, ਸਾਡੇ ਤਾਂ ਹਰ ਰੋਜ਼ ਚੀਰ ਹਰਣ ਹੋ ਰਹੇ ਨੇ। ਠੀਕ ਹੈ ਜੀ, ਤਮਾਮ ਜਾਣਕਾਰੀ ਲਈ ਸ਼ੁਕਰੀਆ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਇਹ ਸੀ ਕਿ ਡਾਕਟਰ ਰਣਜੀਤ ਪਵਾਰ, ਜਿਨ੍ਹਾਂ ਨਾਲ ਜਿਹੜੇ ਹੁਣ ਅੰਕੜੇ ਸਾਡੇ ਸਾਹਮਣੇ ਆਏ ਸੀਗੇ, ਔਰਤਾਂ ਜਿਹੜੀਆਂ ਗਾਇਬ ਹੋ ਰਹੀਆਂ ਵੱਖ-ਵੱਖ ਸੂਬੇ, ਜਿਹੜੇ ਕੇਂਦਰੀ ਸ਼ਾਸਕ ਪ੍ਰਦੇਸ਼ ਹੈਗੇ ਨੇ ਉਹਨਾਂ ਦੇ ਵਿੱਚੋਂ, ਚਾਹੇ ਚੰਡੀਗੜ੍ਹ ਹੈ, ਚਾਹੇ ਦਿੱਲੀ ਹੈ, ਚਾਹੇ ਜੰਮੂ ਕਸ਼ਮੀਰ ਹੈ। ਸੋ ਅਜਿਹੀ ਕੰਡੀਸ਼ਨ ਕਿਉਂ ਬਣਦੀ ਹੈ? ਔਰਤਾਂ ਕਿਉਂ ਅਜਿਹਾ ਸਟੈਪ ਜਿਹੜੀਆਂ ਪੱਟਦੀਆਂ ਨੇ, ਜਾਂ ਔਰਤਾਂ ਨੂੰ ਇੱਕ ਟਰੈਪ ਬਣਾ ਕੇ ਉਹਦੇ ਵਿੱਚ ਫਸਾਇਆ ਜਾਂਦਾ ਹੈ? ਸੋ ਵਿਸਤਾਰਪੂਰਵਕ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਅਜਿਹਾ ਮਾਹੌਲ ਕਿਉਂ ਬਣਦਾ, ਕਿਉਂ ਅਜਿਹੇ ਸਿੱਟੇ ਜਿਹੜੇ ਨੇ ਸਾਡੇ ਸਮਾਜ ਦੇ ਵਿੱਚ ਆਉਂਦੇ ਨੇ, ਅਜਿਹੇ ਅੰਕੜੇ ਸਾਹਮਣੇ ਆਉਂਦੇ ਨੇ ਜਿਹੜੇ ਹੈਰਾਨੀਜਨਕ ਹੁੰਦੇ ਨੇ, ਚਿੰਤਾਜਨਕ ਹੁੰਦੇ ਨੇ। ਅਤੇ ਉਹਦੇ ਲਈ ਸਾਡੀਆਂ ਸਰਕਾਰਾਂ, ਪ੍ਰਸ਼ਾਸਨ ਜਿਹੜਾ ਉਹਨਾਂ ਨੇ ਅਵੇਸ਼ਲਾਪਣ ਜਿਹੜਾ ਹੈਗਾ ਉਹ ਵੀ ਉਜਾਗਰ ਹੁੰਦਾ, ਸਾਹਮਣੇ ਆਉਂਦਾ। ਸੋ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਮੇਰੇ ਸਹਿਯੋਗੀ ਗੁਰਦੇਵ ਦੇ ਨਾਲ, ਜਗਜੀਤ ਸਿੰਘ ਪੰਜੋਲੀ, ਚੰਡੀਗੜ੍ਹ।